PTC ਚੈਨਲ ਤੇ ਹਰ ਹਫ਼ਤੇ ਦੀ ਤਰ੍ਹਾਂ ਇਨਫੋਕਸ ਪ੍ਰੋਗਰਾਮ ਲੈ ਕੇ ਅਮਰ ਸਿੰਘ ਭੁੱਲਰ ਤੁਹਾਡੀ ਸੇਵਾ 'ਚ ਹਾਜ਼ਰ ਹੈ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਿਸੇ ਨਾ ਕਿਸੇ ਵਿਸ਼ੇ ਨੂੰ ਟੱਚ ਕਰਦੇ ਹਾਂ, ਫੋਕਸ ਕਰਦੇ ਹਾਂ। ਅੱਜ ਅਸੀਂ ਜਿਸ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ, ਜਿਸ ਗੱਲ ਤੇ ਫੋਕਸ ਕਰਨ ਜਾ ਰਹੇ ਹਾਂ, ਉਹ ਸਾਡੀ ਕੀ ਕੈਨੇਡਾ ਦੇ ਵਿੱਚ ਰਿਸੈਸ਼ਨ ਆ ਰਿਹਾ ਜਾਂ ਨਹੀਂ। ਇਸ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਸਟੂਡੀਓ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਥੋੜ੍ਹੀ ਜਾਣ ਪਛਾਣ ਕਰਾਵਾਂਗਾ। ਉੱਗੇ ਆਰਥਿਕ ਮਾਹਰ ਵੀ ਨੇ ਤੇ ਰਾਜਨੀਤਿਕ ਆਗੂ ਵੀ ਨੇ, ਸਮਾਜ ਸੇਵੀ ਵੀ ਨੇ, ਨਿਰਮਲ ਢੀਂਡਸਾ ਜੀ। ਮਿਹਰਬਾਨੀ ਜਨਾਬ, ਥੈਂਕ ਯੂ। ਦੂਜੇ ਸਾਡੇ ਮਹਿਮਾਨ ਨੇ ਜੀ ਸਰਟੀਫਾਈਡ ਫਾਈਨੈਂਸ਼ੀਅਲ ਪਲੈਨਰ ਅਨਿਲ ਸ਼ਰਮਾ ਜੀ। ਤੁਹਾਡਾ ਨਿੱਘਾ ਸਵਾਗਤ ਹੈ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਢੀਂਡਸਾ ਸਾਹਿਬ, ਤੁਹਾਤੋਂ ਮੈਂ ਸ਼ੁਰੂ ਕਰਨੀ ਚਾਹੁੰਦਾ ਕਿ ਕੀ ਜਿਹੜਾ ਰਿਸੈਸ਼ਨ ਹੈ ਉਹ ਕੈਨੇਡਾ ਨੂੰ ਟੱਚ ਕਰ ਰਿਹਾ ਜਾਂ ਨਹੀਂ। ਇਹ ਭੁੱਲਰ ਸਾਹਿਬ, ਇਹਦਾ ਆਨਸਰ ਤੁਹਾਨੂੰ ਮਾਰਕੀਟ ਦੇ ਰਹੀ ਹੈ। परसों मार्केट अमरीका की मार्केट थले चले गई 3.1%, 800 पॉइंट। कनेडा की चले गई 304 पॉइंट। ये इस करके गई है कि जर्मन की जी जर्मन कंट्रैक्शन हो गई। जर्मन के सैकेंड क्वार्टर भी नैगेटिव गया, इट्स गॉन इन रिसैशन। जर्मन रिसैशन चले गया। उधर नाल लगते जोड़े देश है, इटली, स्पेन, पुर्तगाल, इंग्लैंड की आलसो कंढे ते है। वो कहते वो नैगेटिव एक क्वार्टर आ गया। जो दूसरा क्वार्टर आ गया तो इंग्लैंड ऑफिशियली विल बी इन रिसैशन। उपरों जड़ा हैगा ट्रेड वार चल रही अमरीका ते चाइना दी, वो बड़ा इंपैक्ट पा रही है। क्योंकि जड़ा फोर्ड ने कहा कि 300 बिलियन डॉलर के उत्ते उन्हें ड्यूटी लाउनी आ 1 सितंबर तो 10%। पहला ही 200 बिलियन के उत्ते ड्यूटी लाई है उन्हें 25%। ਉਹਦਾ ਇਫੈਕਟ ਪੈ ਰਿਹਾ। ਉਹਦਾ ਇਫੈਕਟ ਇੰਨਾ ਪੈ ਰਿਹਾ, ਤੁਸੀਂ ਦੇਖੋ ਚਾਈਨੀਜ਼ ਇਕੋਨਮੀ ਕਿੱਥੇ 7-8% ਦੀ ਗਰੋਥ ਸੀ, ਉਹ ਘਟ ਕੇ 5% ਰਹਿ ਗਈ। ਫੈਕਟਰੀਆਂ ਜਿਹੜੀ ਇੰਡਸਟਰੀ ਉੱਥੇ ਉਹਨਾਂ ਨੂੰ ਚੱਕਾ ਜਾਮ ਹੋ ਰਿਹਾ, ਉਹ ਚੱਲ ਨਹੀਂ ਰਹੀਆਂ। ਔਰ ਅਮਰੀਕਾ ਦੇ ਵਿੱਚ ਵੀ ਜਿਹੜੀ ਇਹ ਹੁਣ ਡਿਪੈਂਡ ਕਰਦਾ ਕਿ ਨਾ ਤੁਸੀਂ ਗੱਲ ਕਰਦੇ ਹੋ, ਅਮਰੀਕਾ ਦੇ ਵਿੱਚ ਜਿਹੜੀ ਇੰਡਸਟਰੀ ਆ, ਪ੍ਰੋਡਕਸ਼ਨ ਹੈ, ਇੰਡਸਟਰੀਅਲ ਸੈਕਟਰ ਤਾਂ ਆਲਰੇਡੀ ਇਨ ਰਿਸੈਸ਼ਨ ਵਿੱਚ ਹੈ। ਕੈਨੇਡਾ ਨੂੰ ਦੱਸੋ ਵੀ ਟੱਚ ਕਰ ਰਿਹਾ ਕਿ ਨਹੀਂ ਆਪਣਾ। ਕੈਨੇਡਾ ਦੀ ਜਿਹੜੀ ਇਕੋਨਮੀ ਆ ਉਹ 70 ਤੋਂ 80% ਜਿਹੜੀ ਐਕਸਪੋਰਟ ਆ ਉਹ ਚਾਈਨਾ ਤੇ ਅਮਰੀਕਾ ਨੂੰ ਜਾਂਦੀ ਹੈ ਜੀ। ਅਮਰੀਕਾ ਨੂੰ ਜੇ ਮਾੜੀ ਜਿਹੀ ਖੰਘ ਵੀ ਆਉਂਦੀ ਤਾਂ ਕੈਨੇਡਾ ਨੂੰ ਤਾਂ ਉਹਦੇ ਬੁਖਾਰ ਚੜ ਜਾਂਦਾ। ਪਰ ਉਹ ਤਾਂ ਜੇ ਆਪਾਂ ਦੇਖੀਏ ਦੁਨੀਆ ਦੇ ਪੱਧਰ ਤੇ ਵੀ ਇਹੀ ਹੁੰਦਾ, ਅਮਰੀਕਾ ਦਾ ਅਸਰ ਤਾਂ ਦੁਨੀਆ ਭਰ ਤੇ ਹੁੰਦਾ क्योंकि कनेडा के उत्ते ज़्यादा होंदा। ज़्यादा क्योंकि असीं गवांढी हां। कनेडा की पापूलेशन हैगी सिर्फ 37 मिलियन, अमरीका की 325 मिलियन। एंड किथे वो कितनी वास्ट है इस वेले। जे सब तो स्ट्रोंग बिगेस्ट इकोनमी है अमरीका की है जी। अमरीका इज कैरिंग दी होल वर्ल्ड जी। शर्मा जी, तुसीं जो ढींडसा जी ने कहा किन्ने सहमत हो? देखो जी, मैं सहमत हैगा, पर जी अमेरिका जी कैनेडा के भी जी हैगी है, जॉब नंबर्स घट रहे हैं। जॉब नंबर पिछे जो जॉब लॉसिस होए ने दे वर्गी की काफ़ी ज़्यादा सी एक्सपैक्टेड सी। 1500 जॉब्स ऐड होंदी सीगी, 24 जॉब लॉस हुई। ट्रकिंग इंडस्ट्री स्लो हैगी। तुसीं किसी ट्रकिंग नाल गल करो जिन्हां कोल काफ़ी ट्रक सीगे, 100, 200, 300 ट्रक सीगे, उन्हें ट्रक हले विहले खड़े ने। सो ट्रेड दे विच फर्क पै रहा हैगा। बट इस गल तो मैं थोड़ा जिहा मिस्टर ट्रंप जिहड़े कहंदे ट्रेड वार हैगा, जिहड़ी मेरी ये सोच हैगी एंड लाइक जिहड़ी मैं पढ़दा या लिखदा हैगा, जिहड़ी गल करदा, लॉजिकल एंड निकलेगा। बिकॉज ट्रंप इज आल्सो ए वेरी श्रूड पॉलिटिशियन। ठीक है, उन्होंने ट्वीट करने की आदत हैगी है, बट द एंड ऑफ द डे 2020 ਦੇ ਵਿੱਚ ਉਹਨੇ ਰੀ-ਇਲੈਕਸ਼ਨ ਵੀ ਲੜਨਾ ਹੈਗਾ। ਸੋ ਇਨ ਮਾਈ ਵਿਊ ਪੁਆਇੰਟ ਜਿਹੜਾ ਟਰੰਪ ਜਿਹੜਾ ਟ੍ਰੇਡ ਵਾਰ ਹੈਗਾ, ਇਹਦਾ ਲੌਜੀਕਲ ਐਂਡ ਹੋਏਗਾ। ਇਹ ਸਿਰਫ ਡਰਾਵੇ ਤੇ ਧਮਕੀਆਂ ਹੈਗੀਆਂ। ਪਹਿਲਾਂ 25% ਟੈਰਿਫ ਲਾ ਦਿੱਤਾ, ਹੁਣ 10% ਟੈਰਿਫ ਲਾਉਣਾ ਸੀ ਉਹਨੂੰ ਕਰ ਦਿੱਤਾ ਕਿ ਅਸੀਂ ਦਸੰਬਰ 15 ਤੋਂ ਲਾਵਾਂਗੇ ਤਾਂ ਕ੍ਰਿਸਮਸ ਤੱਕ ਸਾਨੂੰ ਫਰਕ ਨਾ ਪਵੇ। ਕਿਉਂਕਿ ਐਂਡ ਆਫ ਦਾ ਡੇ ਜਿਹੜਾ ਟੈਰਿਫ ਲੱਗਦਾ ਹੈਗਾ ਉਹ ਕੰਜ਼ਿਊਮਰ ਨਹੀਂ ਪੇ ਕਰਨਾ ਹੈਗਾ। ਐਂਡ ਚਾਈਨਾ ਵੀ ਕੋਈ ਲਾਈਕ ਉਹ ਵੀ ਉਹਨਾਂ ਕੋਲ ਵੀ ਪਾਵਰ ਹੈਗੀ ਆ, ਉਹਨੇ ਕਿਸੇ ਦਾ ਐਗਰੀਕਲਚਰ ਪ੍ਰੋਡਕਟ ਨਹੀਂ ਖਰੀਦਾਂਗੇ। ਸੋ ਇਟ ਇਜ਼ ਅ ਬੋਥ ਵੇ ਦਿਸ ਥਿੰਗ। ਕਿਹਦੇ ਕੋਲ ਜ਼ਿਆਦਾ ਸਟੇਇੰਗ ਪਾਵਰ ਹੈਗੀ ਆ, ਕਿਹੜਾ ਬੰਦਾ ਜ਼ਿਆਦਾ ਬਲਫ ਕਰ ਸਕਦਾ, ਇਹਦਾ ਇੱਕ ਲੌਜੀਕਲ ਐਂਡ ਤੇ ਆਏਗਾ। ਮੇਰਾ ਖਿਆਲ ਇੱਕ ਦਾ ਫੇਅਰ ਐਂਡ ਆ ਜਾਏਗਾ ਐਂਡ ਦੈਟ ਮੇ ਬੀ ਸੂਨ। ਤੁਸੀਂ ਟਰੱਕਾਂ ਦੇ ਕਾਰੋਬਾਰ ਦੀ ਗੱਲ ਕੀਤੀ ਸ਼ਰਮਾ ਜੀ, ਮੈਂ ਜਾਣਨਾ ਚਾਹੁੰਦਾ ਕਿ ਇਹ ਟਰੱਕ ਜਿਹੜੇ ਡਰਾਈਵਰਾਂ ਦੀ ਘਾਟ ਕਰਕੇ ਖੜੇ ਨੇ ਜਾਂ ਫਿਰ ਜਿਹੜਾ ਉਹਨਾਂ ਕੋਲੇ ਟੋਟਲ ਦਾ ਜਿਹੜਾ ਸਮਾਨ ਅਮਰੀਕਾ ਤੋਂ ਆਉਂਦਾ ਜਾਂਦਾ ਸੀ ਉਹਦੀ ਘਾਟ? ਮੇਰਾ ਖਿਆਲ ਅਮਰੀਕਾ ਦੇ ਵਿੱਚ ਦਾ ਸਮਾਨ ਆਉਂਦਾ ਸੀ ਉਹਦੇ ਕਰਕੇ ਜ਼ਿਆਦਾ ਹੈਗੇ ਨੇ। ਟਰੱਕਾਂ ਡਰਾਈਵਰਾਂ ਦੀ ਜਿਹੜੀ ਕਮੀ ਤੇ ਹੈਗੀ ਉਹ ਤੇ ਕਾਫੀ ਜਿਹੜੇ ਸਟੈਟਸ ਕਹਿੰਦੇ ਨੇ ਕਿ 2000 ਤਕਰੀਬਨ 30 ਤੱਕ ਟਰੱਕਿੰਗ ਇੰਡਸਟਰੀ ਵਿੱਚ ਜਿਹੜੇ ਡਰਾਈਵਰਾਂ ਦੀ ਕਮੀ ਰਹਿਣੀ ਹੈਗੀ ਹੈ। ਬਟ ਦਾ ਸੇਮ ਟਾਈਮ ਜਿਹੜਾ ਟ੍ਰੇਡ ਜਿਹੜਾ
ਘਟਿਆ ਹੈਗਾ ਉਹ ਸਮਾਨ ਨਾ ਹੋਣ ਕਰਕੇ ਜਿਹੜੀ ਕੀ ਕਿਦਾ ਟ੍ਰੇਡਿੰਗ ਖਾਸ ਕਰ ਸਮਰ ਦੇ ਵਿੱਚ ਇਹ ਵੀ ਹੁੰਦੇ ਨੇ ਵੱਡੀਆਂ ਕੰਪਨੀਆਂ ਹੈਗੀਆਂ ਇਹ 2-2 ਹਫ਼ਤੇ ਦੀਆਂ ਕੀ ਕਿਦਾ ਲੇ-ਆਫ ਵੀ ਕਰ ਦਿੰਦੀਆਂ ਸੋ ਦੋ ਦਾ ਫੈਕਟਰ ਜਿਹੜੀਆਂ ਜਿਹਦੇ ਕਰਕੇ ਦਾ ਟ੍ਰੇਡਿੰਗ ਜਿਹੜੀ ਘਟੀ ਹੈਗੀ ਜੀ ਢੀਂਡਸਾ ਸਾਹਿਬ ਇਹਦੇ ਵਿੱਚ ਫੈਕਟਰ ਇਹ ਵੀ ਹੋਇਆ ਭੁੱਲਰ ਸਾਹਿਬ ਕਿ ਜਿਹੜੀ ਐਥਨਿਕ ਆਏ ਆ ਅਸੀਂ ਸਭ ਤੋਂ ਵੱਧ ਟਰੱਕ ਡਰਾਈਵਰ ਹਾਂ ਫਿਰ ਅਸੀਂ ਇਸ ਸਮਾਲ ਬਿਜ਼ਨਸ ਦੇ ਵਿੱਚ ਵੀ ਹਾਂ ਸਮਾਲ ਬਿਜ਼ਨਸ ਮੈਂ ਇਹ ਦੇਖਿਆ ਮੇਰਾ ਵੀ ਬਾਹ ਪੈਂਦਾ ਰਹਿੰਦਾ ਬਹੁਤ ਸਾਰੇ ਟਰੱਕਾਂ ਨਾਲ ਟਰੱਕਿੰਗ ਛੋਟੇ ਜਿਹੜੇ ਹੈਗੇ ਜਿਹਨਾਂ ਲਏ ਆ ਉਹ ਇੱਕ ਦੂਜੇ ਦਾ ਕੱਟੀ ਜਾਂਦੇ ਆ ਕੰਪੀਟੀਸ਼ਨ ਕਰਕੇ ਉਹ ਸਸਤੇ ਰੇਟਾਂ ਦੇ ਆ ਗਏ ਕੰਪੀਟੀਸ਼ਨ ਇੰਨਾ ਜੀ ਅੱਜ ਤੋਂ ਜਿਹੜੇ ਜਿੰਨਾ 20 ਸਾਲ ਪਹਿਲਾਂ ਟਰੱਕ ਬਣਾਉਂਦੇ ਸੀ ਅੱਜ ਉੱਥੇ ਦਾ ਕੰਮ ਉੱਥੇ ਹੀ ਖੜਾ ਔਰ ਜਿਹੜੀ ਕਾਸਟ ਦੀ ਅੰਦਾਜ਼ਾ ਲਾ ਲਓ ਕਾਸਟ ਕਿੰਨੀ ਵਧੀਆ ਮੇਨਟੇਨੈਂਸ ਕਿੰਨੀ ਵਧੀਆ ਸੋ ਇਹ ਇੱਕ ਫੈਕਟਰ ਇਹ ਆ ਜੀ ਦੂਸਰਾ ਫੈਕਟਰ ਜਿਹੜਾ ਸ਼ਰਮਾ ਜੀ ਨੇ ਕਿਹਾ ਆਈ ਐਗਰੀ ਵਿਦ ਹਿਮ ਜਿਹੜੀ ਇਕਨੋਮੀ ਸਲੋ ਹੋਣੀ ਇਕਨੋਮੀ ਰਿਸੈਸ਼ਨ 'ਚ ਜਾਣੀ ਇਹ ਕਹਿੰਦੇ ਆ ਵੀ ਜੇ ਇਹਦਾ ਬੈਰੋਮੀਟਰ ਤੁਸੀਂ ਟਰਾਂਸਪੋਰਟ ਤੋਂ ਦੇਖੋ ਜੇ ਟਰਾਂਸਪੋਰਟੇਸ਼ਨ ਦੇ ਵਿੱਚ ਸਲੋ ਆ ਤੇ ਦੈਟ ਮੀਨਸ ਇਕਨੋਮੀ ਪਹਿਲਾਂ ਕਹਿੰਦੇ ਨੇ ਕਿ ਘਰਾਂ ਤੇ ਨਿਰਭਰ ਹੈ ਸਾਰਾ ਘਰਾਂ ਤੇ ਡਿਪੈਂਡ ਕਰਦਾ ਜੀ ਘਰਾਂ ਦੇ ਉੱਤੇ ਯੈਸ ਘਰਾਂ ਦੇ ਉੱਤੇ ਵੀ ਨਿਰਭਰ ਹੈ ਪਰ ਜਿਹੜੀ ਅੱਜ ਤਾਂ ਹੁਣ ਸਿਚੁਏਸ਼ਨ ਘਰਾਂ ਦੀ ਉਹ ਸਿਚੁਏਸ਼ਨ ਨਹੀਂ ਹੈ ਕਿਉਂਕਿ ਇੰਟਰਸਟ ਥੱਲੇ ਆ ਰਿਹਾ ਇਸ ਲਈ ਕੋਈ ਬੈਂਕਰਪਟਸੀ ਨਹੀਂ ਹੋ ਰਹੀਆਂ ਵੱਧ ਵੀ ਨਹੀਂ ਰਿਹਾ ਲਾਈਨਾਂ 'ਚ ਕਿ ਬੋਲੀਆਂ ਵੀ ਨਹੀਂ ਤੇ ਦਿੱਤੀਆਂ ਜਾ ਰਹੀਆਂ ਕਿਉਂਕਿ ਜਿਹੜੇ ਕੰਜ਼ਿਊਮਰ ਹੈ ਜੀ ਉਹਨਾਂ ਦੇ ਸਿਰ ਕਰਜ਼ੇ ਬਹੁਤ ਹੈ ਜੀ ਜੇ ਤੁਹਾਡੇ ਕੋਲ $1 ਤੁਸੀਂ ਕਮਾਉਂਦੇ ਹੋ ਤੁਹਾਡੇ ਸਿਰ ਕਰਜ਼ਾ ਇਸ ਵੇਲੇ ਕੈਨੇਡਾ ਵਿੱਚ $1.80 ਸ਼ਰਮਾ ਜੀ ਜੇ ਆਪਾਂ ਦੇਖੀਏ ਕਿ ਜਿਹੜਾ ਜੇ ਰਿਸੈਸ਼ਨ ਆ ਰਿਹਾ ਹੁਣ ਤੱਕ ਕਿਹੜੀਆਂ ਚੀਜ਼ਾਂ ਤੇ ਅਸਰ ਦੇਖਿਆ ਗਿਆ ਜਿਵੇਂ ਆਪਾਂ ਟਰੱਕ ਇੰਡਸਟਰੀ ਕਰ ਲਈ ਹੋਰ ਕਿਹੜੇ ਕੰਮਾਂ ਤੇ ਅਸਰ ਹਾਇਰਿੰਗ ਦੇ ਉੱਤੇ ਫਰਕ ਪਿਆ ਜੀ ਜੌਬ ਨੰਬਰਸ ਕੀ ਕੀਤਾ ਜਿਹੜੀਆਂ ਇਨਸਟੈਡ ਆਫ ਜੌਬਾਂ ਵਧਣ ਦੇ ਬਨਸਬਤ ਜੌਬਸ ਘਟੀਆਂ ਹੈਗੀਆਂ ਵਾ ਦੈਟ ਇਜ਼ ਵਨ ਆਫ ਦਾ ਫੈਕਟਰ ਹੋ ਗਿਆ ਹਲੇ ਤੇ ਆਪਣਾ ਜਿਹੜਾ ਕੈਨੇਡਾ ਦੀ ਜਿਹੜੀ ਇਕਨੋਮੀ ਹੈਗੀ ਹੈ ਕਾਫੀ ਜਿਹੜੀ ਹੈਗੀ ਸਰਵਿਸ ਬੇਸ ਇੰਡਸਟਰੀ ਬਣ ਰਹੀ ਹੈਗੀ ਕਾਫੀ ਪਹਿਲਾਂ ਜਿਵੇਂ ਮੈਨੂਫੈਕਚਰਿੰਗ ਬੇਸ ਹੁੰਦਾ ਸੀਗਾ ਹੁਣ ਤੇ ਆਈਟੀ ਫੀਲਡ ਬਹੁਤ ਆ ਗਿਆ ਕੈਨੇਡਾ ਦੇ ਵਿੱਚ ਸੋ ਉਸ ਜੌਬ ਦੇ ਵਿੱਚ ਵੀ ਫਰਕ ਪਿਆ ਸੋ ਡੈਫੀਨਿਟਲੀ ਜੌਬਸ ਤੇ ਟਰੱਕਿੰਗ ਦੇ ਉੱਤੇ ਫਰਕ ਪਿਆ ਦੈਟ ਇਜ਼ ਨੰਬਰ 1 ਬੈਰੋਮੀਟਰ ਹੈਗਾ ਬਟ ਜਿੱਦ ਤੱਕ ਮੇਰੀ ਸੋਚ ਇਹ ਕਹਿੰਦੀ ਹੈਗੀ ਲਾਈਕ ਜਿੱਦ ਤੱਕ ਇਹ ਹੈਗਾ ਕਿ ਇਹ ਗਵਰਨਮੈਂਟ ਵਿਲ ਬੀ ਏਬਲ ਟੂ ਕੰਟਰੋਲ ਇਟ ਖਾਸ ਕਰ ਜਿਹੜੀ ਤੁਸੀਂ ਗੱਲ ਕੀਤੀ ਸੀ ਕੈਨੇਡਾ ਦੇ ਉੱਤੇ ਕੀ ਫਰਕ ਪੈਂਦਾ ਹਾਊਸਿੰਗ ਮਾਰਕੀਟ ਦਾ ਕੈਨੇਡਾ ਵਿੱਚ ਹਾਊਸਿੰਗ ਮਾਰਕੀਟ ਬੜੀ ਵੱਡੀ ਚੀਜ਼ ਹੈਗੀ ਜਿਹੜੀ ਇਕਨੋਮੀ ਨੂੰ ਬੂਸਟ ਕਰਨ ਦੇ ਲਈ ਐਂਡ ਇੰਟਰਸਟ ਰੇਟ ਅੱਗੇ ਵਧ ਰਹੇ ਸੀਗੇ ਸੋ ਇੰਟਰਸਟ ਰੇਟ ਨੂੰ ਥੋੜਾ ਜਿਹਾ ਘਰਾਂ ਨੂੰ ਠੱਲ ਪਿਆ ਸੀਗਾ ਗਵਰਨਮੈਂਟ ਇਹਦੇ ਨਾਲ ਕੈਚ 22 ਸਿਚੁਏਸ਼ਨ ਜੇ ਇੰਟਰਸਟ ਰੇਟ ਘਟਾਉਂਦੇ ਨੇ ਉਹਨਾਂ ਨੂੰ ਜ਼ਰੂਰਤ ਹੈਗੀ ਹੈ ਸਮੇਂ ਦੀ ਤਾਂ ਕਿ ਆਪਣੀ ਇਕਨੋਮੀ ਨੂੰ ਉੱਤੇ ਉਹਨੂੰ ਬੂਸਟ ਕਰਨ ਪਰ ਜੇ ਘਟਾਉਂਦੇ ਨੇ ਜਿਹੜੀ ਰੀਅਲ ਸਟੇਟ ਮਾਰਕੀਟ ਨੂੰ ਇਹ ਕੰਟਰੋਲ ਕਰਨਾ ਚਾਹੁੰਦੇ ਹੈਗੇ ਨੇ ਉਹਦੀ ਪ੍ਰਾਈਸ ਫਿਰ ਬੂਸਟ ਹੋਣੀ ਆ ਵਾ ਸੋ ਕੈਨੇਡੀਅਨ ਮਾਰਕੀਟ ਇਸ ਨੇ ਕੈਚ 22 ਸਿਚੁਏਸ਼ਨ ਇੰਟਰਸਟ ਰੇਟ ਨੂੰ ਲੈ ਕੇ ਘਟਾਣੇ ਇਹਨਾਂ ਨੂੰ ਪੈਣੇ ਨੇ ਪਰ ਕਿੱਥੇ ਤੱਕ ਘਟਾਉਂਦੇ ਨੇ ਉਹ ਆਪਾਂ ਹੋਰ ਵੀ ਗੱਲਾਂ ਬਾਤਾਂ ਕਰ ਸਕਦੇ ਜੀ ਲਗਭਗ 2 ਮਹੀਨੇ ਦੇ ਕਰੀਬ ਸਮਾਂ ਰਹੇਗਾ ਇਲੈਕਸ਼ਨ 'ਚ ਕੈਨੇਡਾ ਦੀ 2019 ਦੀਆਂ ਇਲੈਕਸ਼ਨਾਂ 21 ਅਕਤੂਬਰ ਨੂੰ ਹੋਣ ਜਾ ਰਹੀਆਂ ਨੇ ਕੀ ਜੇ ਰਿਸੈਸ਼ਨ ਆ ਰਿਹਾ ਜਾਂ ਆ ਗਿਆ ਸ਼ੁਰੂ ਹੋ ਗਿਆ ਕੀ ਅਸਰ ਪਾਊਗਾ ਚੋਣਾਂ 'ਤੇ ਦੇਖੋ ਹਾਲੇ ਕੈਨੇਡਾ ਦੀ ਜਿਹੜੀ ਇਕਨੋਮੀ ਆ ਉਹ ਲਿਟਲ ਬਿਟ ਸਲੋ ਹੋਈ ਆ ਪਿਛਲਾ ਜਿਹੜਾ ਰਿਪੋਰਟ ਆਈ ਉਹ 'ਚ ਅਨਪਲੋਇਮੈਂਟ ਥੋੜ੍ਹੀ ਜਿਹੀ ਅੱਪ ਗਈ ਆ ਪਰ ਇੰਨੀ ਨਹੀਂ ਇੱਕ ਅਜੀਬ ਗੱਲ ਹੋ ਰਹੀ ਹੈ ਭੁੱਲਰ ਸਾਹਿਬ ਜੀ ਕਿ ਜਿਹੜੀਆਂ ਇੰਡਸਟਰੀਅਲ ਇਕਨੋਮੀਜ਼ ਹੈ ਇਹਨਾਂ 'ਚ ਅਨਪਲੋਇਮੈਂਟ ਜਿੱਦਾਂ ਜਰਮਨੀ ਵਿੱਚ 30 ਸਾਲ ਲੋ ਆ ਅਮਰੀਕਾ ਦੇ 50 ਸਾਲ ਲੋ ਆ ਅਨਪਲੋਇਮੈਂਟ ਵੀ ਲੋ ਆ ਤੇ ਇਕਨੋਮੀ ਵੀ ਲੋ ਆ ਇੰਟਰਸਟ ਰੇਟ ਵੀ ਲੋ ਆ ਇੰਨਾ ਕੁਛ ਹੁੰਦਿਆਂ ਫਿਰ ਵੀ ਇਕਨੋਮੀ ਥੱਲੇ ਨੂੰ ਜਾ ਰਹੀ ਹੈ ਹੁਣ ਰਹੀ ਗੱਲ ਕੀਤੀ ਤੁਸੀਂ ਕੈਨੇਡਾ ਦੇ ਵਿੱਚ ਹਾਲੇ ਤਾਂ ਕੰਮ ਸ਼ੁਰੂ ਹੋਇਆ ਜਦੋਂ ਇਲੈਕਸ਼ਨਾਂ ਹੋ ਜਾਣੀਆਂ ਅਸਲ ਮਿਊਜ਼ਿਕ ਮੈਂ ਸਮਝਣਾ 21 ਅਕਤੂਬਰ ਤੋਂ ਬਾਅਦ ਜਿਹੜੀ ਵੀ ਪਾਰਟੀ ਆਏ ਚਾਹੇ ਲਿਬਰਲ ਆਉਣ ਚਾਹੇ ਕੰਜ਼ਰਵੇਟਿਵ ਆਉਣ ਦੇ ਵਿਲ ਫੇਸ ਦੀ ਮਿਊਜ਼ਿਕ ਜੀ ਅੱਛਾ ਕੈਨੇਡੀਅਨ ਡਾਲਰ ਕਿਵੇਂ ਚੱਲ ਰਿਹਾ ਅਮਰੀਕਾ ਦੇ ਮੁਕਾਬਲੇ ਇਸ ਟਾਈਮ 75 ਪੁਆਇੰਟ ਮੇਰਾ ਖਿਆਲ 2 ਦੇ ਕਰੀਬ ਹੈਗਾ ਵਾ ਜਿੱਦ ਤੱਕ ਤਵੱਕੋ ਕੀ ਜਾਂਦੀ ਹੈ ਕਿ ਕੈਨੇਡਾ ਲੌਂਗ ਟਰਮ ਦੇ ਵਿੱਚ ਜਿਹੜੀ ਹੈਗੀ ਹੈ ਡੈਫੀਨਿਟਲੀ ਹਲੇ ਦਾ ਡਾਊਨਵਰਡ ਟ੍ਰੈਂਡ ਹੈਗਾ ਵਿਚ ਕੈਨ ਟੱਚ ਈਵਨ 70 ਬਟ ਇਨ ਦਾ ਸ਼ਾਰਟ ਟਰਮ ਦੇ ਉੱਤੇ 80 ਤੇ ਵੀ ਜਾ ਸਕਦਾ ਡਿਪੈਂਡ ਕਰਦਾ ਆਇਲ ਦੀ ਪ੍ਰਾਈਸਿਸ 골ਡ ਦੀ ਪ੍ਰਾਈਸਿਸ ਤੇ ਟੋਟਲ ਓਵਰਆਲ ਇਕਨੋਮੀ ਉੱਤੇ ਕੀ ਹੈਗਾ ਸੋ ਜਿਹੜੀ ਸ਼ਾਰਟ ਟਰਮ ਦੀ ਜਿਹੜੀ ਕੀ ਇਹਨੂੰ ਪ੍ਰੈਡਿਕਸ਼ਨ ਕਾਫੀ ਔਖੀ ਹੈਗੀ ਆ ਬਟ ਐਟ ਦਾ ਸੇਮ ਡੇ ਜੀ ਫੇਅਰ ਮਾਰਕੀਟ ਵੈਲਿਊ ਕਿੱਥੇ ਹੈਗੀ ਆ ਜਿਹੜੇ ਇਕਨੋਮਿਸਟ ਹੈ ਕਿ 80% ਦੇ ਕਰੀਬ ਦੀ ਫੇਅਰ ਮਾਰਕੀਟ ਵੈਲਿਊ ਹੈਗੀ ਬਟ ਇਟ ਕੈਨ ਟੱਚ ਲੋਅਰ ਆਲਸੋ 70 ਤੇ ਵੀ ਆ ਸਕਦਾ ਜੀ ਮੈਂ ਸ਼ਰਮਾ ਜੀ ਨਾਲ ਸਹਿਮਤ ਨਹੀਂ ਮੈਂ ਇਸ ਕਰਕੇ ਸਹਿਮਤ ਨਹੀਂ ਕਿਉਂਕਿ ਇਸ ਵੇਲੇ ਜਿਹੜੀ ਸਿਚੁਏਸ਼ਨ ਯੂਰਪ ਦੀ ਸਿਚੁਏਸ਼ਨ ਮਾੜੀ ਹੈ ਚਾਈਨਾ ਦੀ ਮਾੜੀ ਹੈ ਇੰਡੀਆ ਦੀ ਏਸ਼ੀਆ ਦੀ ਪਰ ਜਿਹੜੀ ਨਾਰਥ ਅਮਰੀਕਾ ਦੀ ਸਿਚੁਏਸ਼ਨ ਹੈ ਦੇਖੋ ਪਿਛਲੀ ਦੇ ਵਰ ਪ੍ਰੋਡਕਟਿੰਗ ਅਮਰੀਕਾ ਜਿਹੜੀ ਗਰੋਥ ਹੈ 1.89 ਉਹ ਆਈ ਹੈ 2.1% ਕੈਨੇਡਾ ਦੀ ਇਹ ਤੋਂ ਵੀ ਜ਼ਿਆਦਾ ਆਈ ਹੈ ਕੈਨੇਡਾ ਦੀ ਇਕਨੋਮੀ ਫੇਅਰਲੀ ਡੂਇੰਗ ਵੈਰੀ ਗੁੱਡ ਅਮਰੀਕਾ ਦੀ ਇਕਨੋਮੀ ਦੇ ਆਰ ਡੂਇੰਗ ਵੈਰੀ ਗੁੱਡ ਹੁਣ ਸਿਚੁਏਸ਼ਨ ਇਹ ਆ
ਕਿ ਅਮਰੀਕਾ ਸਲੋ ਡਾਊਨ ਹੋਣਾ ਸ਼ੁਰੂ ਹੋਇਆ, ਪਰ ਕੈਨੇਡਾ ਦੀ ਸਿਚੁਏਸ਼ਨ ਸਟਰੋਂਗ ਹੈ ਹਾਲੇ ਵੀ। ਜੇ ਉਹ ਇਸ ਕਰਕੇ ਸਟਰੋਂਗ ਆ ਕਿ ਇੱਥੇ ਇਹਨਾਂ ਨੇ ਕੰਟਰੋਲ ਕਰ ਲਿਆ। ਐਂਡ ਜੇ ਅਮਰੀਕਾ ਨੇ ਹੁਣ ਇੰਟਰਸਟ ਪਿਛਲੇ ਮਹੀਨੇ ਘਟਾਇਆ, ਐਕਸਪੈਕਟ ਕੀਤਾ ਜਾਂਦਾ, ਮਾਰਕੀਟ ਇਹ ਕਹਿੰਦੀ ਹੈ ਕਿ ਦੇ ਹੈਵ ਟੂ ਨੈਕਸਟ ਮੰਥ ਸੈਪਟੰਬਰ ਅਗੇਨ ਉਹਨਾਂ ਨੂੰ ਘਟਾਉਣਾ ਪੈਣਾ। ਔਰ ਕੈਨੇਡਾ ਦੀ ਸਿਚੁਏਸ਼ਨ, ਕੈਨੇਡਾ ਦਾ ਗਵਰਨਰ ਪੋਲੋਜ਼ ਇਹ ਕਹਿ ਰਿਹਾ ਕਿ ਨਹੀਂ, ਅਸੀਂ ਕੈਨੇਡਾ ਵਾਲੇ ਡਾਲਰ ਇੰਟਰਸਟ ਰੇਟ ਵਿੱਚ ਕੋਈ ਤਬਦੀਲੀ ਨਹੀਂ ਕਰਾਂਗੇ ਅਨਲੈਸ ਕੋਈ ਸਿਚੁਏਸ਼ਨ ਖਰਾਬ ਹੋ ਜਾਏ। ਸੋ ਇਸ ਸਿਚੁਏਸ਼ਨ 'ਚ ਮੈਂ ਇਹ ਸਮਝਣਾ ਅਮਰੀਕਾ ਨੇ ਸਾਰੇ ਵਰਲਡ ਨੇ ਇੰਟਰਸਟ ਰੇਟ ਥੱਲੇ ਲਿਆਉਣਾ, ਕੈਨੇਡਾ ਹਾਲੇ ਉੱਥੇ ਦਾ ਉੱਥੇ ਹੀ ਖੜਾ। ਇਹ ਸਿਚੁਏਸ਼ਨ 'ਚ ਕੈਨੇਡੀਅਨ ਡਾਲਰ ਜੰਪ ਕਰੂਗਾ ਅਪ ਟੂ 80 ਸੈਂਟ ਤੱਕ। ਤੇ ਗੱਲਬਾਤ ਆਪਣੀ ਇਸੇ ਤਰ੍ਹਾਂ ਜਾਰੀ ਰਹੇਗੀ। ਅਸੀਂ ਬ੍ਰੇਕ ਤੋਂ ਬਾਅਦ ਇਹਨਾਂ ਤੋਂ ਪੁੱਛਾਂਗੇ ਕਿ ਅਜਿਹੇ ਹਾਲਾਤਾਂ ਦੇ ਵਿੱਚ ਸਾਡੇ ਆਮ ਲੋਕਾਂ ਨੂੰ, ਆਮ ਬਿਜ਼ਨਸਮੈਨਾਂ ਨੂੰ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ। ਇਹ ਗੱਲ ਕਰਾਂਗੇ ਬ੍ਰੇਕ ਤੋਂ ਬਾਅਦ, ਤੁਸੀਂ ਕਿਤੇ ਨਹੀਂ ਜਾਣਾ। ਬ੍ਰੇਕ ਤੋਂ ਬਾਅਦ ਅਸੀਂ ਇੱਕ ਵਾਰ ਫਿਰ ਹਾਜ਼ਰ ਹਾਂ। ਸਾਡੀ ਗੱਲਬਾਤ ਹੋ ਰਹੀ ਹੈ ਕੈਨੇਡਾ ਦੀ ਆਰਥਿਕਤਾ ਬਾਰੇ, ਜਾਂ ਇੱਥੇ ਰਿਸੈਸ਼ਨ ਜਿਹੜਾ ਹੈਗਾ ਕੈਨੇਡਾ ਨੂੰ ਟੱਚ ਕਰ ਰਿਹਾ ਜਾਂ ਨਹੀਂ। ਤੇ ਸਾਡੇ ਮਹਿਮਾਨ ਨੇ ਅੱਜ ਨਿਰਮਲ ਢੀਂਡਸਾ ਜੀ ਤੇ ਨਾਲ ਅਨਿਲ ਸ਼ਰਮਾ ਜੀ। ਸ਼ਰਮਾ ਜੀ, ਤੁਹਾਡੇ ਵਿਚਾਰ ਨਾਲ ਢੀਂਡਸਾ ਸਾਹਿਬ ਸਹਿਮਤ ਨਹੀਂ ਆ ਰਹੇ, ਇਹਨਾਂ ਨੇ ਆਪਣਾ ਵਿਊ ਦਿੱਤਾ, ਤੁਸੀਂ ਕੀ ਕਹੋਗੇ ਹੁਣ? ਦੇਖੋ ਜੀ, ਮੈਂ ਵੀ ਜੇ ਮੇਰੀ ਜੇ ਗੱਲ ਸੁਣੀ, ਮੈਂ ਵੀ ਕਿਹਾ ਸੀ ਕਿ 80 ਦੇ ਕਰੀਬ ਟੱਚ ਕਰ ਸਕਦਾ, ਪਰ 70 ਦੇ ਵੀ ਟੱਚ ਕਰ ਸਕਦਾ। ਰੀਜ਼ਨ ਕੀ ਹੈ 70 ਦੇ ਟੱਚ ਕਰਨ ਦਾ? ਕਿਉਂਕਿ ਇੰਟਰਸਟ ਰੇਟ ਅਮਰੀਕਾ ਦੇ ਵਿੱਚ ਡੈਫੀਨਿਟਲੀ ਢੀਂਡਸਾ ਸਾਹਿਬ ਦੀ ਗੱਲ ਬਿਲਕੁਲ ਸਹੀ ਹੈ। ਅਗਲੇ ਮਹੀਨੇ ਕਾਫੀ ਤਵੱਕੋ ਕੀ ਜਾਂਦੀ ਹੈ ਕਿ ਅਗਲੇ ਮਹੀਨੇ ਇੰਟਰਸਟ ਰੇਟ 0.25% ਫਿਰ ਘਟੇਗਾ। ਕੈਨੇਡਾ ਨੂੰ ਵੀ ਜੇ ਬਿਫੋਰ ਦਾ ਈਅਰ ਇਹਨਾਂ ਨੂੰ ਵੀ ਇੰਟਰਸਟ ਰੇਟ ਘਟਾਉਣਾ ਪੈਣਾ, ਬਿਕੋਜ਼ ਇਕਨੋਮੀ ਇਜ਼ ਗੈਟਿੰਗ ਸਲੋ ਹੋ ਰਹੀ ਹੈਗੀ ਆ। ਉਹਨੂੰ ਬੂਸਟ ਕਰਨ ਦੇ ਕੀ ਤਰੀਕਾ ਗਵਰਨਮੈਂਟ ਕੋਲ ਹੈਗਾ? ਸਭ ਤੋਂ ਵੱਡਾ ਹਥਿਆਰ ਗਵਰਨਮੈਂਟ ਕੋਲ ਹੈਗਾ ਇੰਟਰਸਟ ਰੇਟ ਘੱਟ ਕਰਨਾ, ਸਭ ਤੋਂ ਵੱਡਾ ਹਥਿਆਰ ਹੈਗਾ। ਜੇ ਇੱਥੇ ਦੀ ਇਕਨੋਮੀ ਸਟਰੋਂਗ, ਜੇ ਤੇ ਇੰਟਰਸਟ ਰੇਟ ਸੇਮ ਰਹਿੰਦੇ ਨੇ, ਯੈਸ ਫਿਰ ਤੇ 80 ਤੇ ਜਾ ਸਕਦਾ ਵਾ, ਪਰ ਇੰਟਰਸਟ ਰੇਟ ਨੂੰ ਘਟਾਉਣੇ ਪੈਣੇ ਜਿੱਥੇ ਲੱਗਦਾ ਪਿਆ ਵਾ। ਜਦੋਂ ਇੰਟਰਸਟ ਰੇਟ ਘਟਾਏ ਤਾਂ ਇਹ ਸੇਮ ਇਹਦੀ ਡਿਸਪੈਰਿਟੀ ਇੰਟਰਸਟ ਰੇਟ ਦੀ ਉਨੀ ਕੀ ਰਹਿ ਜਾਣੀ ਹੈ ਤੇ 70 ਤੇ ਵੀ ਜਾ ਸਕਦਾ ਹੈ। ਅੱਛਾ ਢੀਂਡਸਾ ਸਾਹਿਬ, ਜੇ ਆਪਾਂ ਦੇਖੀਏ ਤੁਸੀਂ ਤਾਂ ਬਹੁਤ ਸ਼ੇਅਰ ਪਾਏ ਨੇ, ਮੈਂ ਹੁਣ ਆਉਂਦੀ ਹੈ ਦੱਸ ਨਹੀਂ ਸਕਦਾ ਕਿ ਤੁਸੀਂ ਕਾਮਰੇਡ ਹੋ ਕੇ ਬਹੁਤ ਵਧੀਆ ਕਰ, ਹੋਰਾਂ ਨੂੰ ਵੀ ਸਾਡੇ ਵਰਗਿਆਂ ਨੂੰ ਤੁਸੀਂ ਇਹ ਵਧੀਆ ਰਾਹ ਪਾਇਆ, ਕਿਉਂਕਿ ਇਨਵੈਸਟਮੈਂਟ ਕਰਨੀ ਕੋਈ ਮਾੜੀ ਗੱਲ ਨਹੀਂ। ਜਿਹੜੇ ਸ਼ੇਅਰ ਇੰਨੇ ਡਾਊਨ ਹੋਏ ਨੇ, ਕੀ ਲੱਗਦਾ ਇਹ ਮੁੜ ਕੇ ਉਸੇ ਲੈਵਲ ਤੇ ਕਦੋਂ ਤੱਕ ਆਉਣਗੇ? ਦੇਖੋ, ਹਿਸਟਰੀ ਗਵਾਹ ਆ। ਤੁਸੀਂ 2009 ਦਾ ਸੀਰੀਅਸ ਰਿਸੈਸ਼ਨ ਤੁਸੀਂ ਦੇਖਿਆ, ਉਦੋਂ ਦੇਖਿਆ ਸਟਾਕ ਮਾਰਕੀਟ ਕਿੱਥੇ ਚਲੇ ਗਈ ਸੀ। ਆਪਣੀ ਇੱਥੇ ਕੈਨੇਡਾ ਦੀ 6-7 ਹਜ਼ਾਰ ਤੇ ਚਲੇ ਗਈ ਸੀ। ਅੱਜ ਕੈਨੇਡਾ ਦੀ ਹੈਗੀ 16,000 ਤੋਂ ਵੀ ਉੱਪਰ ਹੈ, ਔਰ ਅਮਰੀਕਾ ਦੀ 12,000 ਤੋਂ ਟੱਪ ਗਏ, ਹੁਣ ਉਹ ਚਲੇ ਗਈ 25, 26, 27,000 ਦੇ ਦੁਆਲੇ। ਰਾਈਟ, ਦੇਰ ਇਜ਼ ਨੋ ਐਂਡ ਆਫ ਦੀ ਵਰਲਡ। ਜੇ ਰਿਸੈਸ਼ਨ ਆ ਵੀ ਗਿਆ, ਸਲੋ ਡਾਊਨ ਹੋਇਆ, ਆਈ ਥਿੰਕ ਬੋਥ ਥਿੰਗਸ ਗੋਜ਼ ਦੇਰ ਗੋਨਾ ਬੀ opportunity ਜਿਹੜੀਆਂ ਗੁੱਡ ਕੰਪਨੀਜ਼ ਆ। ਆਈ ਕੈਨ ਟੈਲ ਯੂ ਦੀ ਗੁੱਡ ਕੰਪਨੀਜ਼, ਜੇ ਉਹ ਫਾਇਰ ਸੇਲ ਤੇ ਆਉਣੀਆਂ, ਇਫ ਸਮਬਡੀ ਵਿਲ ਬਾਈ ਇਟ ਦੇ ਵਿਲ ਬੀ ਲਾਫਿੰਗ। ਜੀ ਸ਼ਰਮਾ ਜੀ, ਆਪਾਂ ਗੱਲ ਕਰਦੇ ਹਾਂ ਜੇ ਹਾਲਾਤਾਂ ਦੇ ਵਿੱਚ, ਜਿਵੇਂ ਆਪਾਂ ਕਹਿ ਰਹੇ ਹਾਂ ਕਿ ਕੈਨੇਡਾ ਨੇ ਇੰਟਰਸਟ ਨਾ ਵਧਾ ਰਹੇ ਨਾ ਘਟਾ ਰਹੇ ਨੇ, ਕੀ ਲੱਗਦਾ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇੰਟਰਸਟ ਰੇਟ ਕੈਨੇਡਾ 'ਚ ਵਧੇਗਾ ਜਾਂ ਘਟੇਗਾ? ਮੇਰਾ ਖਿਆਲ ਇੰਟਰਸਟ ਘਟਣਾ ਚਾਹੀਦਾ ਹੈਗਾ, ਬਟ ਇਹ ਕਦੋਂ ਘਟਦਾ ਉਹ ਬੜੀ ਵੱਡੀ ਕੀ ਦਾ ਕੁਐਸਚਨ ਮਾਰਕ ਹੈ। ਇਹ ਇਸ ਕੁਆਟਰ 'ਚ ਘਟਦਾ ਕਿ 2019 ਤੋਂ ਪਹਿਲਾਂ ਇੱਕ ਵਾਰੀ ਮੇਰਾ ਖਿਆਲ ਇੰਟਰਸਟ ਘਟਣਾ ਚਾਹੀਦਾ। ਬਾਕੀ ਅਮਰੀਕਾ ਦੇ ਡੈਫੀਨਿਟਲੀ ਇੱਕ ਵਾਰੀ ਹੋਰ ਘਟਾਉਣਗੇ ਤੇ ਕੈਨੇਡਾ ਦੇ ਵਿੱਚ ਇੱਕੋ ਵਾਰੀ ਘਟੇਗਾ, ਉਹਦੇ ਤੇ ਡਾਲਰ ਦਾ ਫਰਕ ਪਏਗਾ। ਦੂਜੀ ਗੱਲ ਜਿਹੜੀ ਗੱਲ ਹੈ ਢੀਂਡਸਾ ਸਾਹਿਬ ਦੀ ਗੱਲ 2009 ਤੋਂ ਜਦੋਂ ਵੀ ਕੋਈ ਰਿਸੈਸ਼ਨ ਆਉਂਦਾ, ਜਦੋਂ ਵੀ ਮਾਰਕੀਟ ਡਾਊਨ ਟਰਨ ਆਉਂਦਾ, ਮਾਰਕੀਟ ਤੋਂ ਬਾਅਦ ਦੁਬਾਰਾ ਉੱਪਰ ਤੋਂ ਵੱਧ ਜਾਂਦੀ ਹੈਗੀ ਆ। ਸੋ ਜਿਹੜੇ ਬੰਦੇ ਇਨਵੈਸਟਰ ਨੇ ਜਿਹੜੇ ਆਪਣੇ ਲਿਸਟਰਸ ਇਨਵੈਸਟਰ ਹੈਗੇ, ਉਹਨਾਂ ਕੋਲ ਦੋ ਤਰੀਕੇ ਨੇ। ਜਿਹਦੇ ਕਿਸੇ ਨੂੰ ਪੈਸੇ ਸ਼ਾਰਟ ਟਰਮ ਲਈ ਚਾਹੀਦੇ ਨੇ, ਸਾਲ 2 ਸਾਲ 'ਚ ਪੈਸੇ ਚਾਹੀਦੇ ਨੇ, ਉਹਨਾਂ ਨੂੰ ਇਸ ਸਟਾਕ ਮਾਰਕੀਟ ਜਾਂ ਕਿਸੇ ਮਿਊਚੁਅਲ ਫੰਡ ਜਾਂ ਕਿਸੇ ਨਹੀਂ ਜਾਣਾ ਚਾਹੀਦਾ, ਬਿਕੋਜ਼ ਜੇ ਮਾਰਕੀਟ ਥੱਲੇ ਜਾਂਦੀ ਹੈਗੀ ਆ। ਮੈਂ ਇੱਕ ਭੁੱਲਰ ਸਾਹਿਬ ਇੱਕ ਮੈਂ ਬੜਾ ਤਰੀਕਾ ਲਾਉਣਾ ਹੁੰਦਾ ਕਿ ਜਿਹੜੀ ਪੈਸੇ ਦਾ ਹੈ ਕਿ ਮਨੀ ਜਦੋਂ ਆਪਾਂ ਲੂਜ਼ ਕਰਦੇ ਆ, ਇਹ ਤੁਹਾਨੂੰ ਦੁੱਖ ਦਿੰਦਾ, ਗਰੀਫ ਕਰਦਾ ਵਾ। ਸੋ ਜੇ ਕਿਸੇ ਨੂੰ ਮੰਨ ਲਓ 10,000 ਦੇ ਪਿੱਛੇ $1,000 ਬਣ ਜਾਂਦਾ, ਉਹਨੂੰ 1 ਕਿਲੋ ਦਾ ਖੁਸ਼ੀ ਹੁੰਦੀ ਆ। ਜੇ 1,000 ਲੂਜ਼ ਕਰ ਜਾਂਦਾ, ਉਹਨੂੰ 5 ਕਿਲੋ ਦਾ ਉਹਨੂੰ ਗਮ ਹੁੰਦਾ ਵਾ। ਸੋ ਗਮ ਤੋਂ ਬਚਣ ਦੇ ਲਈ ਬੇਸਿਕਲੀ ਸਟੇ ਦਾ ਕੇਅਰਫੁਲ ਅਬਾਊਟ ਵਾਈਲ ਇਨਵੈਸਟਿੰਗ। ਜੇ ਪੈਸੇ ਸ਼ਾਰਟ ਟਰਮ ਚਾਹੀਦੇ ਨੇ, ਮਾਰਕੀਟ ਦੇ ਵਿੱਚ ਨਾ ਜਾਓ। ਜੇ ਦੇਖੋ 5 ਤੋਂ ਲੈ ਕੇ 10 ਜਾਂ 15 ਸਾਲ ਟਾਈਮ ਹੈ, ਡੈਫੀਨਿਟਲੀ ਮਾਰਕੀਟ ਦੇ ਵਿੱਚ ਤੁਹਾਨੂੰ ਪੈਸੇ ਬਣਨਗੇ ਐਂਡ ਯੂ ਟੂ ਸਟੇ ਇਨਵੈਸਟਡ। ਟਾਈਮਿੰਗ ਦਾ ਮਾਰਕੀਟ ਬਹੁਤ ਡਿਫਿਕਲਟ ਹੈ, ਟਾਈਮ ਇਨ ਦਾ ਮਾਰਕੀਟ ਮੈਟਰ ਕਰਦਾ। ਅੱਛਾ, ਜਿਹੜਾ ਘਰਾਂ ਦੀਆਂ ਕੀਮਤਾਂ ਅਸਮਾਨੀ ਸੋਣ ਲੱਗ ਗਏ, ਤੇ ਇੱਕ ਵਾਰ ਗੌਰਮੈਂਟ ਨੇ ਕਹਿ ਅਸੀਂ ਕੰਟਰੋਲ ਕਰ ਲਿਆ, ਬਹੁਤ ਸਾਰੀਆਂ ਉਹਨਾਂ ਨੇ ਨਵੀਆਂ ਸ਼ਰਤਾਂ ਲਾਈਆਂ, ਸਟ੍ਰੈਸ ਟੈਸਟ ਕਰਤਾ, ਹਾਂਜੀ, ਤੇ ਕਾਫੀ ਕੁਛ ਕੀਤਾ, ਕਿ ਘਰਾਂ ਦੀਆਂ ਕੀਮਤਾਂ ਹੁਣ ਫੇਰ ਉੱਪਰ ਜਾਣ ਲੱਗ ਗਈਆਂ। ਡਿਮਾਂਡ ਐਂਡ ਸਪਲਾਈ ਇਜ਼ ਵੈਰੀ ਇੰਪੋਰਟੈਂਟ, ਕਿਉਂਕਿ ਜਿਹੜੀ ਪਿਛਲੇ ਦਿਨਾਂ 'ਚ ਜਿੰਨੇ ਘਰ ਬਣਦੇ ਸੀ ਉਹਨੇ ਘੱਟ ਬਣਨਾ ਪਿਆ। ਐਂਡ ਇੱਥੇ ਇਮੀਗ੍ਰੇਸ਼ਨ ਮਾਸਵਲੀ ਕੈਨੇਡਾ ਦੇ ਵਿੱਚ ਆ ਰਹੀ ਹੈ, ਮਾਸਵਲੀ ਪੈਸੇ ਆ ਰਹੇ ਆ, ਮਾਸਵਲੀ ਲਾਉਂਡਰਿੰਗ ਹੋ ਰਹੀ ਹੈ, ਇਲੀਗਲ ਪੈਸੇ ਆ ਰਹੇ ਆ।
ਕੈਨੇਡਾ ਤਾਂ ਤੁਸੀਂ ਇਹਨਾਂ ਨੂੰ ਤੁਸੀਂ ਆ ਪਿੱਛੇ ਜਿਹਾ ਵੈਨਕੂਵਰ 'ਚ ਆਈ ਸੀ ਬਿਲੀਅਨਸ ਐਂਡ ਬਿਲੀਅਨਸ ਥਰੂ ਕਸੀਨੋ। ਉਹ ਦੇ ਵੈਨਕੂਵਰ ਦਾ ਜਿਹੜਾ ਅਟਾਰਨੀ ਜਨਰਲ ਉਹ ਵਿਚਾਰਾ ਪਿੱਟਣ ਡਿਆ ਹੈ। ਸੋ ਇਸ ਲਈ ਇਹਨਾਂ ਜਿਹੜੀ ਬਾਹਰੋਂ ਇਲੀਗਲ ਮਨੀ ਆ ਰਹੀ ਆ ਉਹ ਇੱਥੇ ਘਰਾਂ ਦੇ ਵਿੱਚ ਜਾ ਰਹੀ ਆ, ਘਰ ਲੈ ਲੈਂਦੇ ਆ, ਕੋਈ ਪੁੱਛਦਾ ਨਹੀਂ ਵੀ ਘਰ ਤੂੰ ਕਿੱਥੋਂ, ਘਰ ਲੈਣ ਲਈ ਤੂੰ ਪੈਸੇ ਕਿੱਥੋਂ ਲਿਆਂਦੇ, ਜੇ ਉਹ ਘਰ ਲੈ ਲਿਆ ਤੁਹਾਡੀ ਮਨੀ ਵਾਈਟ ਬਣ ਜਾਂਦੀ ਹੈ। ਸੋ ਇਸ ਲਈ ਉਹ ਨੰਬਰ ਆਫ ਫੈਕਟਰਸ, ਇਮੀਗ੍ਰਾਂਟਸ ਦਾ ਬਹੁਤ ਬਿਗ ਫੈਕਟਰ ਹੈ। ਲੀਗਲ ਮਨੀ ਵੀ ਆ ਰਹੀ ਹੈ, ਇਲੀਗਲ ਮਨੀ ਵੀ ਆ ਰਹੀ ਹੈ। ਜੀ ਸ਼ਰਮਾ ਜੀ, ਜੇ ਆਪਾਂ ਦੇਖੀਏ ਅਮਰੀਕਾ ਤੇ ਚੀਨ ਵਿਚਕਾਰ ਜਿਹੜੀ ਟ੍ਰੇਡ ਵਾਰ ਆ ਉਹ ਥੰਮਣ ਦਾ ਨਾਂ ਨਹੀਂ ਲੈ ਰਹੀ, ਦਿਨੋਂ ਦਿਨ ਵੱਧਦੀ ਜਾ ਰਹੀ ਆ, ਕਿੱਥੇ ਜਾ ਕੇ ਅੰਤ ਹੋਊਗਾ ਇਹਦਾ? ਦੇਖੋ ਜੀ, ਮੈਂ ਜਿਵੇਂ ਅੱਗੇ ਹੋ ਗਈ ਸੀ, ਟਰੰਪ ਬਿਜ਼ਨਸਮੈਨ ਹੈਗੇ ਨੇ ਐਂਡ 2020 ਚ ਉਹਨਾਂ ਇਲੈਕਸ਼ਨ ਦੁਆਰਾ ਲੜਨ ਦੀ ਉਹਨਾਂ ਦੀ ਇੱਛਾ ਹੈਗੀ ਆ। ਐਂਡ ਡੈਫੀਨੇਟਲੀ ਕੀ ਕਹਿੰਦੇ ਜਿਹੜਾ ਆਪਣਾ ਪ੍ਰੈਜ਼ੀਡੈਂਟ ਜੀ ਪਿੰਗ ਹੈਗੇ ਨੇ, ਹੀ ਇਜ਼ ਆਲਸੋ ਕਿ ਉਹਨਾਂ ਦਾ ਵੀ ਹੈਗਾ ਕਿ ਮੈਂ ਆਪਣੇ ਦੁਨੀਆ ਉੱਤੇ ਆਪਣਾ ਰਾਜ ਕਰਾਂ ਤੇ ਆਪਣੇ ਮੇਰਾ ਨਾਮ ਦੀ ਕੀ ਕਿਦਾ ਚਾਈਨਾ ਦਾ ਪੂਰਾ ਡੰਕਾ ਬੋਲੇ। ਸੋ ਇਸ ਕਰਕੇ ਕਾਮਨ ਸੈਂਸ ਹਮੇਸ਼ਾ ਪ੍ਰੀਵੇਲ ਕਰੇਗੀ ਇਹਨਾਂ ਚੀਜ਼ਾਂ ਦੇ ਵਿੱਚ। ਸ਼ਾਰਟ ਦੇ ਵਿੱਚ ਇਹਨਾਂ ਨੇ ਉਹ ਕੀਤਾ, ਉਹਨਾਂ ਕਹਿੰਦੇ ਥੋੜ੍ਹੀ ਸੀ ਐਗਰੀਕਲਚਰ ਨਹੀਂ ਲਵਾਂਗੇ, ਅਸੀਂ ਆਹ ਕੀਤਾ, ਅਸੀਂ ਆਹ ਕਰਾਂਗੇ। ਬਟ ਦ ਸੇਮ ਟਾਈਮ ਜਿਹੜੀ ਫਾਈਨੈਂਸ਼ੀਅਲ ਜਿਹੜੀ ਐਕਸਪਰਟਸ ਹੈਗੇ ਨੇ, ਜਿਹੜੀ ਫਾਈਨੈਂਸ਼ੀਅਲ ਜਿਹੜੀ ਵਿਜ਼ਡਮ ਹੈਗੀ ਆ ਉਹ ਪ੍ਰੀਵੇਲ ਕਰੇਗੀ ਬਿਕਾਜ਼ ਕੰਟਰੀਜ਼ ਕੈਨੋਟ ਬੀ ਰਨ ਜਸਟ ਲਾਈਕ ਦੈਟ ਔਨ ਦ ਵਿਮ ਆਫ ਫੈਂਸਿਸ ਆਫ ਅ ਪਰਸਨ। ਪੁਲਿਸ ਸਾਹਿਬ, ਅਸਲ ਵਿੱਚ ਸਿਚੁਏਸ਼ਨ ਇਹ ਹੈ ਜੀ, ਅਮਰੀਕਾ ਦੀ ਜਿਹੜੀ ਇਲੈਕਸ਼ਨ ਹੈ, ਚਾਈਨਾ ਵੀ ਅਮਰੀਕਾ ਦੀ ਇਲੈਕਸ਼ਨ ਲੜਦਾ ਐਂਡ ਟਰੰਪ ਵੀ ਅਮਰੀਕਾ ਦੀ ਇਲੈਕਸ਼ਨ ਲੜਦਾ। ਚਾਈਨਾ ਇਹ ਲੜ ਰਿਹਾ, ਉਹ ਕਹਿੰਦਾ ਵੀ ਜੇ ਅਸੀਂ ਸਮਝੌਤਾ ਕਰ ਲਿਆ ਟਰੰਪ ਦੇ ਨਾਲ ਤੇ ਜਿਹੜੀ ਇਹਦਾ ਇੰਪੈਕਟ ਇਲੈਕਸ਼ਨਾਂ ਦੇ ਵਿੱਚ ਪਊਗਾ। ਜੇ ਸਾਨੂੰ ਜੇ ਡੈਮੋਕ੍ਰੇਟ ਦਾ ਪ੍ਰੈਜ਼ੀਡੈਂਟ ਆਵੇ, ਈਵਨ ਇਹਨਾਂ ਦੀ ਪਾਰਟੀ ਦਾ ਵੀ ਪ੍ਰੈਜ਼ੀਡੈਂਟ ਆਵੇ, ਉਹਦੇ ਨਾਲ ਡੀਲ ਕਰਨਾ ਸੌਖਾ ਹੋ। ਇਟਸ ਵੈਰੀ ਇੰਪੋਰਟੈਂਟ ਟੂ ਰਿਪਲੇਸ ਟੂ ਡਿਫੀਟ ਟਰੰਪ। ਇਸੇ ਕਰਕੇ ਜਿਹੜਾ ਨੈਗੋਸ਼ੀਏਸ਼ਨ ਦੇ ਵਿੱਚ ਹੀ ਇਜ਼ ਟੇਕਿੰਗ ਟਫ ਸਟੈਂਡ। ਜਿਹੜਾ ਟਰੰਪ ਆ ਉਹ ਵੀ ਆਪਣੀ ਇਲੈਕਸ਼ਨ ਲੜ ਰਿਹਾ। ਉਹ ਕਹਿੰਦਾ ਵੀ ਜੇ ਮੈਂ ਚਾਈਨਾ ਦੇ ਜੇ ਮੈਂ ਉੱਭਰ ਕੇ ਆਵਾਂ, ਵਿਨਰ ਹੋ ਕੇ ਆਵਾਂ, ਵੀ ਮੈਂ ਟੈਰਿਫ ਦੇ ਵਿੱਚੋਂ ਚਾਈਨਾ ਦੇ ਨਾਲ ਸੰਧੀ ਕਰ ਲਈ ਆ, ਜਿੱਦਾਂ ਕੈਨੇਡਾ ਤੇ ਮੈਕਸੀਕੋ ਨਾਲ ਕੀਤੀ ਆ, ਮੈਂ ਵਿਨਰ ਦੇ ਤੌਰ ਤੇ ਪ੍ਰੋਜੈਕਟ ਹੋਵਾਂ ਤਾਂ ਮੈਂ ਅਗਲੀ ਇਲੈਕਸ਼ਨ ਮੈਂ ਜਿੱਤ ਜਾਵਾਂ। ਸੋ ਇਹ ਹੁਣ ਦੇਖਦੇ ਕੌਣ ਜਿੱਤਦਾ। ਇੱਕ ਦਿਨ ਕੁਛ ਹੋ ਜਾਂਦਾ, ਦੂਸਰੇ ਦਿਨ ਕੁਛ ਹੋ ਜਾਂਦਾ। ਬਿਲਕੁਲ। ਸ਼ਰਮਾ ਜੀ, ਜੇ ਆਪਾਂ ਦੇਖੀਏ, ਮੈਂ ਤਾਂ ਜਾਣਨਾ ਚਾਹੁੰਦਾ, ਜਸਟਿਨ ਟਰੂਡੋ ਦੀ ਸਰਕਾਰ ਕੈਨੇਡਾ ਦੀ ਇਕੋਨਮੀ ਨੂੰ ਸਥਿਰ ਰੱਖਣ ਲਈ, ਮਜ਼ਬੂਤ ਬਣਾਉਣ ਲਈ ਜਿਹੜੇ ਕਦਮ ਚੁੱਕ ਰਹੀ ਹੈ, ਕਿੰਨੇ ਕੁ ਸਹੀ ਨੇ? ਦੇਖੋ ਜੀ, ਮੈਂ ਤਾਂ ਖੈਰ ਐਗਰੀ ਨਹੀਂ ਕਰਦਾ ਕਿ ਜਿਹੜੇ ਹੈਗੇ ਨੇ ਇਹਨਾਂ ਦੇ ਕਾਫੀ ਇਹਨਾਂ ਦੇ ਕਿਹਦਾ ਇਹ ਅਫੇਅਰਸ ਹੈਗੇ ਨੇ, ਜਿਵੇਂ ਐਸਐਨਸੀ ਲੈਵਲ ਨੇ ਲਾ ਲਓ, ਹੋਰ ਜਾਂ ਜਿਹੜੀਆਂ ਈਵਨ ਜਿਹੜੀਆਂ ਪਾਲਿਸੀਜ਼ ਵੀ ਹੈਗੀਆਂ ਵਾ ਕੋਈ ਆਪਣਾ ਬਿਜ਼ਨਸ ਫਰੈਂਡਲੀ ਨਹੀਂ ਹੈਗੀਆਂ। ਇਮੀਗ੍ਰੇਸ਼ਨ ਆਲਸੋ ਜਿਹੜੀ ਹੈਗੀ ਆ ਦੈਟ ਇਜ਼ ਆਲਸੋ ਚੰਗੀ ਹੈ ਇਮੀਗ੍ਰੇਸ਼ਨ, ਕਿਉਂਕਿ ਆਪਾਂ ਸਾਰੇ ਇਮੀਗ੍ਰੈਂਟ ਹੈਗੇ। ਇਮੀਗ੍ਰੇਸ਼ਨ ਤਾਂ ਬੜੀ ਚੰਗੀ ਚੀਜ਼ ਹੈਗੀ ਆ, ਬਟ ਸਟ੍ਰੀਮਲਾਈਨਡ ਤੇ ਜਿਹੜੀ ਦਾ ਪ੍ਰੋਪਰ ਤਰੀਕੇ ਇਮੀਗ੍ਰੇਸ਼ਨ ਹੋਵੇ, ਦੈਟ ਇਜ਼ ਅ ਬੈਟਰ ਥਿੰਗ ਟੂ ਡੂ ਦੈਟ ਵਨ। ਇਹ ਨਹੀਂ ਕਿ ਜਿਹੜਾ ਬੰਦਾ ਵੀ ਹੈਗਾ ਲਾਈਕ ਐਨੀਬਡੀ ਕੈਨ ਕਮ ਐਂਡ ਦੈਨ ਉਹ ਤੋਂ ਬਾਅਦ ਤੁਸੀਂ ਵੈਲਫੇਅਰ ਦਿਓ। ਮੈਨੂੰ ਬੜੀ ਹੈਰਾਨੀ ਭੁੱਲਰ ਸਾਹਿਬ ਇੱਥੋਂ ਹੁੰਦੀ ਹੈਗੀ ਆ ਕਿ ਹਾਊ ਦਾ ਕੰਟਰੀਜ਼ ਰਨ। ਇੱਕ ਬੰਦਾ ਜਿਹੜਾ ਪੀਆਰ ਪਰਮਾਨੈਂਟ ਪ੍ਰੋਪਰ ਪੜ੍ਹਿਆ ਲਿਖਿਆ ਬੰਦਾ ਪ੍ਰੋਪਰ ਪਰਮਾਨੈਂਟ ਰੈਜ਼ੀਡੈਂਸੀ ਲੈ ਕੇ ਆਉਂਦਾ, ਉਹ ਜੇ ਇੱਥੇ ਆਉਂਦਾ ਉਹਨੂੰ ਉਹੀ ਪਲੇ 90 ਦਿਨ ਦੀ ਵੇਟ ਕਰਨੀ ਪੈਂਦੀ ਹੈਗੀ ਆ। ਜੇ ਕੋਈ ਬੰਦਾ ਬਾਹਰੋਂ ਆਉਂਦਾ ਹੈਗਾ ਐਂਡ ਰਿਫਿਊਜੀ ਕਲੇਮ ਕਰਦਾ, ਨੈਕਸਟ ਤੋਂ ਦੀ ਉਹੀ ਕਵਰੇਜ ਹੋ ਜਾਂਦੀ ਹੈਗੀ ਆ। ਉਹਦੇ ਪੈਸੇ ਕੌਣ ਦੇ ਰਿਹਾ? ਮੈਂ, ਤੁਸੀਂ, ਸਾਰੇ ਬੰਦੇ ਪੈਸੇ ਦੇ ਰਹੇ ਆ ਆਪਾਂ। ਸੋ ਵਾਈ ਦਿਸ ਡਿਸਪੈਰਿਟੀ ਹੈਗੀ ਆ। ਗਵਰਨਮੈਂਟ ਸ਼ੁੱਡ ਲੁੱਕ ਇਨਟੂ ਜਿਹੜੇ ਲੂਪ ਹੋਲਸ ਹੈਗੇ ਨੇ ਉਹਨੂੰ ਕੰਟਰੋਲ ਕਰਨਾ ਚਾਹੀਦਾ। ਅੱਜ ਜਿਹੜੀ ਲਿਬਰਲ ਪਾਰਟੀ ਹੈ ਇਹ ਫੇਸ ਕਰ ਰਹੀ ਹੈ, ਹੋ ਸਕਦਾ ਇਹ ਇਲੈਕਸ਼ਨ ਇਸ਼ੂ ਵੀ ਬਣ ਜਾਏ, ਕਿਉਂਕਿ ਜਿੱਦਾਂ ਜਿਹੜੇ ਹੁਣ ਇਮੀਗ੍ਰਾਂਟਸ ਜਿੱਦਾਂ ਟਰੂਡੋ ਨੇ ਦਰਵਾਜ਼ਾ ਖੋਲ੍ਹਿਆ ਤੇ ਹੋਮਲੈਸ ਸ਼ੈਲਟਰ ਦੇ ਵਿੱਚ ਚਲ ਜਾਓ, ਸਭ ਤੋਂ ਵੱਧ ਉਹ ਆ ਜਿਹੜੇ ਜਾਂ ਰਿਫਿਊਜੀ ਆ ਜਾਂ ਜਿਹੜੇ ਸੱਦੀ ਜਾਂਦਾ ਇਹ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ, ਉਹ ਕੀ ਰੋਲ ਨਿਭਾ ਰਹੇ ਨੇ ਇਕੋਨਮੀ ਵਿੱਚ? ਇੰਟਰਨੈਸ਼ਨਲ ਸਟੂਡੈਂਟ ਰੋਲ ਵਧੀਆ ਤਕੜਾ ਨਿਭਾ ਰਹੇ ਆ, ਕਿਉਂਕਿ ਇੱਥੇ ਦੇ ਜਿਹੜੇ ਕਾਲਜਸ ਸੀ ਉਹਨਾਂ ਨੂੰ ਗ੍ਰਾਂਟਾਂ ਨਹੀਂ ਸੀ ਮਿਲਦੀਆਂ, ਗਵਰਨਮੈਂਟ ਨੂੰ ਗ੍ਰਾਂਟ ਦੇਣੀ ਪੈਂਦੀ ਸੀ। ਉਹਨਾਂ ਨੇ ਇੱਕ ਸੌਖਾ ਕੰਮ ਲੱਭ ਲਿਆ, ਇਹ ਇੱਕ ਇੰਡਸਟਰੀ ਬਣ ਗਈ, ਇੱਕ ਪ੍ਰੋਫਿਟ ਦਾ ਸਾਧਨ ਇਹਨਾਂ ਨੇ ਬਣਾ ਲਿਆ। ਕਿਉਂਕਿ ਜਿਹੜਾ ਕੈਨੇਡੀਅਨ ਸਟੂਡੈਂਟ ਦੇ ਮੁਕਾਬਲੇ ਜਿਹੜੇ ਸਟੂਡੈਂਟ ਬਾਹਰੋਂ ਆਉਂਦੇ ਉਹਨਾਂ ਤੋਂ 3-4 ਗੁਣਾ ਇਹ ਵੱਧ ਲੈਂਦੇ ਆ ਪੈਸੇ। ਇਹ ਇਸ ਗੱਲ ਦਾ ਕੋਈ ਪਰਵਾਹ ਨਹੀਂ ਰੱਖਦੇ ਵੀ ਉਹਨਾਂ ਦੀ ਕੋਈ ਰਹਿਣ ਦਾ ਕੋਈ ਪ੍ਰਬੰਧ ਹੈਗਾ ਜਾਂ ਨਹੀਂ। ਇਹ ਮੈਨੂੰ ਲੱਗਦਾ ਆਉਣ ਵਾਲਾ ਟਾਈਮ ਹੀ ਦੱਸੂਗਾ। ਹੁਣ ਕਈ ਬੰਦਿਆਂ ਨੇ ਤਾਂ ਇਲੀਗਲ ਕਾਲਜਸ ਖੋਲ੍ਹ ਕੇ, ਮੈਂ ਇੱਕ ਬੰਦੇ ਨੂੰ ਮਿਲਿਆ, ਉਹਨਾਂ ਨੇ ਛੋਟੇ ਜਿਹੇ ਕਮਰੇ ਵਿੱਚ 2 ਕੁਰਸੀਆਂ ਰੱਖੀਆਂ ਆ, ਉਹ ਆਪ ਰਿਫਿਊਜੀ ਆਏ ਸੀ, ਉਹਨਾਂ ਨੇ ਜੀ ਕਾਲਜ ਖੋਲ੍ਹਿਆ, ਪੈਸੇ ਬਣਾ ਰਹੇ। ਜੀ ਸ਼ਰਮਾ ਜੀ, ਤੁਸੀਂ ਫਿਰ ਵੀ ਫਾਈਨੈਂਸ਼ੀਅਲ ਪਲੈਨਰ ਹੋ, ਦੱਸ ਦਿਓ ਕਿ ਇਹ ਜਿਹੇ ਹਾਲਾਤ ਦੇ ਵਿੱਚ ਜਿਹੋ ਜਿਹੇ ਹਾਲਾਤ ਤੁਸੀਂ ਦੱਸ ਰਹੇ ਹੋ ਵੀ ਆ ਰਹੇ ਨੇ,
ਕਿਹੜੀਆਂ ਗੱਲਾਂ ਦਾ ਆਮ ਲੋਕਾਂ ਨੂੰ ਜਾਂ ਬਿਜ਼ਨਸਮੈਨਾਂ ਨੂੰ ਖਿਆਲ ਰੱਖਣਾ ਚਾਹੀਦਾ ਤਾਂ ਕਿ ਉਹ ਰੈਸੈਸ਼ਨ ਦੇ ਵਿੱਚ ਵੀ ਆਪਦੇ ਆਪ ਨੂੰ ਸਰਵਾਈਵ ਕਰ ਸਕਣ? ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਆਪਣਾ ਜਿੰਨਾ ਤੁਸੀਂ ਜਿਹੜਾ ਬਾਹਰੋਂ ਆਪਣਾ ਡੈਟ ਹੈ ਉਹਨੂੰ ਕੰਟਰੋਲ ਕੀਤਾ ਜਾਵੇ। ਕੋਈ ਵੀ ਚੀਜ਼ ਇਨਵੈਸਟ ਕਰਨੀ ਹੈਗੀ ਆ ਜਿਹਨੂੰ ਕੀ ਜਿੰਨੀ ਥੋੜੀ ਪਹੁੰਚ ਹੈ ਚੱਦ ਤੋਂ ਬਾਅਦ ਪੈਰ ਪਸਾਰੋਗੇ ਡੈਫੀਨਿਟਲੀ ਪ੍ਰੋਬਲਮ ਆ ਸਕਦੀ ਹੈਗੀ ਆ। ਦੂਜੀ ਗੱਲ ਇਹ ਹੈ ਡੋਂਟ ਬੀ ਅਗਰੈਸਿਵ ਇਨਵੈਸਟਰ ਬਣੋ, ਨਾ ਕਿ ਸਪੈਕੂਲੇਟਰ ਬਣੋ। ਹੁਣ ਢੀਂਡ ਸਾਹਿਬ ਦੀ ਆਪਾਂ ਜਿਵੇਂ ਰੇਡੀਓ ਟੀਵੀ ਤੇ ਨਹੀਂ ਦੱਸ ਸਕਦੇ, ਹੀ ਇਜ਼ ਐਨ ਇਨਵੈਸਟਰ। ਇਹ ਜੇ ਪੈਸੇ ਕਰਦੇ ਨੇ ਪ੍ਰੋਪਰ ਇਨਵੈਸਟ ਕਰਦੇ ਨੇ, ਨਾ ਕਿ ਉਹਨੂੰ ਸਪੈਕੂਲੇਟ ਕਰਕੇ ਵੀ ਅੱਜ ਇਹ ਸਟਾਕ ਲਿੱਤਾ ਕੱਲ ਨੂੰ ਵੱਧ ਜਾਊਗਾ, ਘਰ ਲਿੱਤਾ ਅੱਜ ਮੈਂ ਲੈ ਲਿੱਤਾ ਕੱਲ ਨੂੰ 2 ਮਹੀਨੇ 2 ਸਾਲਾਂ ਨੂੰ ਬਾਅਦ ਕਿ ਮੈਂ ਵੇਚ ਲੂੰਗਾ। ਨੋ, ਦੈਟ ਇਜ਼ ਨਾਟ। ਇਨਵੈਸਟਰ ਬਣੋ ਨਾ ਕਿ ਸਪੈਕੂਲੇਟਰ ਬਣੋ, ਇਹ ਸਭ ਤੋਂ ਵੱਡੀ ਗੱਲ ਹੈਗੀ। ਅੱਛਾ ਢੀਂਡ ਸਾਹਿਬ, ਤੁਸੀਂ ਜਿਹੜਾ ਹੈਗਾ ਮੈਂ ਅਖੀਰ ਦੇ ਵਿੱਚ ਤੋਂ ਜਾਣਨਾ ਚਾਹੁੰਦਾ ਕਿ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਮੈਂ ਜੀ ਸ਼ਰਮਾ ਸਾਹਿਬ ਸਾਡੇ ਕੋਲ ਐਕਸਪਰਟ ਬੈਠੇ ਨੇ, ਆਈ ਐਗਰੀ ਵਿਦ ਹਿਮ ਕਿ ਇਸ ਵੇਲੇ ਡੈਟ ਬਹੁਤ ਹੈ। $1 ਮਗਰ $1.80 ਡੈਟ ਆ। ਐਂਡ ਦੂਜੇ ਪਾਸੇ ਅਸੀਂ ਇਹ ਨਾ ਕਹੀਏ ਕਿ ਕੱਲ ਗੁਆਂਢੀ ਨੇ ਜੀ ਇੰਨੇ ਘਰ ਲੈ ਲੈ, ਹੁਣ ਜੀ ਇੰਨੇ ਟਰੱਕ ਬਣਾ ਲੈ, ਇੰਨਾ ਆਹ ਕਰ ਲਿਆ, ਉਹ ਆਪਣੀ ਚਾਦਰ ਦੇਖ ਕੇ ਪੈਰ ਪਸਾਰੋ। ਹੁਣ ਖਰੀਦਣ ਦਾ ਮੌਕਾ ਇੱਕ ਵੇਚਣ ਦਾ ਮੌਕਾ। ਇਟ ਆਲ ਡਿਪੈਂਡਸ ਇੰਡੀਵਿਜੂਅਲ ਸਰਕਮਸਟੈਂਸਿਸ ਹੈ। ਜੇ ਤੁਹਾਨੂੰ ਕਿਤੇ ਵਧੀਆ ਸੌਦਾ ਲੱਗਦਾ, ਦੇਖੋ ਇਹ ਕੈਪੀਟਲਿਸਟ ਇਕੋਨਮੀ ਹੈ, ਇੱਥੇ ਆਲਵੇਜ਼ ਅਪਰਚੁਨਿਟੀ ਹੁੰਦੀ ਹੈ ਜੀ। ਤੇ ਜੇ ਤੁਹਾਨੂੰ ਕੋਈ ਵਧੀਆ ਅਪਰਚੁਨਿਟੀ ਲੱਗਦੀ ਹੈ ਤਾਂ ਆਪਣੇ ਹਾਲਾਤ ਦੇਖੋ ਫਿਰ ਲਓ। ਸ਼ਰਮਾ ਜੀ ਤੁਹਾਡੇ ਟਿਪ ਬੜੇ ਵਧੀਆ ਹੁੰਦੇ ਨੇ, ਇੱਕ ਟਿਪ ਦੇ ਕੇ ਜਾਓ ਸਾਡੇ ਦਰਸ਼ਕਾਂ ਨੂੰ। ਟਿਪ ਆਪਣੇ ਦੱਸਣ ਲੱਗੀ ਹੈ ਜੀ ਕਿ ਟੈਕਸ ਬਚਾਓ। ਟੈਕਸ ਤੋਂ ਬਾਅਦ ਜਿਹੜੇ ਟੈਕਸ ਜਿਹੜੀ ਕਹੀ ਜਿਹੀ ਚੀਜ਼ ਹੈਗੀ ਹੈ ਕਿ ਤੁਸੀਂ ਇੱਕ ਵਾਰੀ ਟੈਕਸ ਗੌਰਮੈਂਟ ਨੂੰ ਦੇ ਦਿੱਤਾ, ਤੁਹਾਨੂੰ ਵਾਪਸ ਨਹੀਂ ਮਿਲਣਾ। ਟੈਕਸ ਦੀ ਪਲਾਨਿੰਗ ਕਰੋ, ਨਾ ਕਿ ਟੈਕਸ ਦੀ ਚੋਰੀ ਕਰੋ। ਟੈਕਸ ਦੀ ਪਲਾਨਿੰਗ ਲਈ ਗੌਰਮੈਂਟ ਜਿਹੜੇ ਤਰੀਕੇ ਦਿੱਤੇ ਹੋਏ ਹੈਗੇ ਨੇ, ਜਿਹੜੇ ਬੰਦੇ ਸੈਲਰੀਡ ਹੈਗੇ ਨੇ ਉਹ ਆਪਣੇ ਐਮਪਲਾਇਡ ਹੈਗੇ ਨੇ, RSP ਹੈਗੇ ਨੇ, ਜਿਹੜੇ ਬਿਜ਼ਨਸਮੈਨ ਨੇ ਤੁਹਾਡੇ ਵਰਗੇ ਆ, ਜਿਹੜੇ ਬੰਦੇ ਸੈਲਫ ਮੇਡ ਬਿਜ਼ਨਸ ਨੇ, ਉਹਨਾਂ ਕੋਲ ਹੋਰ ਬੜੇ ਤਰੀਕੇ ਨੇ। ਬਿਕੋਜ਼ ਜਿਹੜਾ ਟੈਕਸ ਹੈਗਾ ਸਿਰਫ ਤੁਸੀਂ ਆਪਾਂ 5 ਲੱਖ ਦੀ ਇਨਕਮ 12.5% ਟੈਕਸ ਦਿੰਦੇ ਆ ਆਪਾਂ ਕੰਪਨੀ ਦੇ ਵਿੱਚ ਜੇ ਪੈਸਾ ਪਿਆ ਵਾ, ਉਸ ਪੈਸੇ ਨੂੰ ਕਿਵੇਂ ਵਰਤਣਾ ਉਹਦੇ ਬਾਰੇ ਸੋਚੋ। ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ਰਮਾ ਜੀ ਤੇ ਢੀਂਡਸਾ ਸਾਹਿਬ, ਬਹੁਤ ਬਹੁਤ ਧੰਨਵਾਦ ਜੀ। ਇਹ ਸੀ ਸਾਡੀ ਅੱਜ ਗੱਲਬਾਤ ਸਾਡੇ ਢੀਂਡਸਾ ਸਾਹਿਬ ਤੇ ਸ਼ਰਮਾ ਜੀ ਦੇ ਨਾਲ। ਆਸਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਬਹੁਤ ਸਾਰੀਆਂ ਗੱਲਾਂ ਤੁਸੀਂ ਸਿੱਖਿਆ ਵੀ ਹੋਣਗੀਆਂ ਤੇ ਬਹੁਤ ਸਾਰੀਆਂ ਗੱਲਾਂ ਤੁਹਾਨੂੰ ਪਤਾ ਵੀ ਚੱਲਿਆ ਹੋਵੇਗਾ। ਮੈਂ ਸਮਝਦਾ ਕਿ ਅੱਜ ਦੇ ਪ੍ਰੋਗਰਾਮ ਤੋਂ ਤੁਹਾਨੂੰ ਬਹੁਤ ਸਾਰਾ ਲਾਭ ਪਹੁੰਚੇਗਾ। ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਕਿਸੇ ਨਵੇਂ ਮਹਿਮਾਨ ਦੇ ਨਾਲ ਨਵਾਂ ਵਿਸ਼ਾ ਲੈ ਕੇ ਫਿਰ ਹਾਜ਼ਰ ਹੋਵਾਂਗੇ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਅਮਰ ਸਿੰਘ ਭੁੱਲਰ ਨੂੰ ਇਜਾਜ਼ਤ ਦਿਓ। ਪ੍ਰੋਗਰਾਮ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ।